दया करो राधा स्वामी प्यारे, दया करो राधा स्वामी प्यारे, दया करो। सतगुरु की प्यारी साध संगत जी, मेरे ਵੱਲੋਂ ਸਾਰਿਆਂ ਨੂੰ ਰਾਧਾ ਸਵਾਮੀ ਜੀ। ਅੱਜ ਮੈਂ ਤੁਹਾਡੇ ਨਾਲ ਟੋਰੰਟੋ ਕੈਨੇਡਾ ਦੇ ਜਿਹੜੇ ਕੁਐਸਚਨ ਆਨਸਰ ਸਾਡੇ ਕੋਲ ਆਏ ਨੇ, ਜਿੱਥੇ ਬਾਬਾ ਜੀ ਤੇ ਹਜ਼ੂਰ ਜੀ ਦੋਨੋਂ ਮੌਜੂਦ ਸੀਗੇ, ਉਹਨਾਂ ਦੇ ਕੁਐਸਚਨ ਆਨਸਰ ਸਾਡੇ ਕੋਲ ਆਏ ਨੇ, ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ। ਉਸ ਤੋਂ ਪਹਿਲਾਂ ਕੁਝ ਛੋਟੀ ਜੀ ਵੀਡੀਓ ਤੇ ਕੁਝ ਫੋਟੋ ਨੇ, ਇਹ ਤੁਸੀਂ ਦੇਖ ਸਕਦੇ ਹੋ ਤੇ ਦਰਸ਼ਨ ਕਰ ਸਕਦੇ ਹੋ। ਅੱਗੇ ਚੱਲਦੇ ਆ, ਕੁਐਸਚਨ ਆਨਸਰ ਡਿਸਕਸ ਕਰਦੇ ਆ। ਪਹਿਲਾ ਕੁਐਸਚਨ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਮੈਂ ਤੁਹਾਨੂੰ ਫੋਲੋ ਕਰਦਾ ਹਾਂ, ਜਿਵੇਂ ਆਪਣੇ ਗੁਰੂ ਹੈਗੇ ਆ ਉਹਨਾਂ ਨੂੰ ਫੋਲੋ ਕਰਦਾ ਹਾਂ। ਤਾਂ ਬਾਬਾ ਜੀ ਨੇ ਜਵਾਬ ਦਿੱਤਾ ਕਿ ਕੀ ਤੁਸੀਂ ਪਿਓ ਨੂੰ ਫੋਲੋ ਕਰਦੇ ਹੋ, ਤਾਂ ਕੀ ਪਿਓ ਦੀ ਜਿਹੜੀ ਗੱਲ ਹੈ ਉਹਨਾਂ ਨੂੰ ਮੰਨਦੇ ਹੋ, ਕਿ ਉਹਨਾਂ ਭਜਨ ਸਿਮਰਨ ਕਰਦੇ ਹੋ ਜਿੰਨਾ ਪਿਓ ਕਰਦਾ ਹੈ। ਬਾਬਾ ਜੀ ਨੇ ਸਟ੍ਰਿਕਟ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਭਾਈ ਜੇ ਕਿਸੇ ਨੂੰ ਫੋਲੋ ਕਰਨਾ ਚਾਹੁੰਦੇ ਹੋ ਤਾਂ ਉਹਦੀ ਜਿਹੜੀ ਟੀਚਿੰਗਸ ਹੈ ਉਹਨਾਂ ਨੂੰ ਫੋਲੋ ਕਰੋ। ਫਿਰ ਕਿਸੇ ਨੇ ਸਵਾਲ ਪੁੱਛਿਆ ਕਿ ਬਾਬਾ ਜੀ ਲਾਈਫ ਦੇ ਵਿੱਚ ਫੇਲਿਅਰ ਹੁੰਦੇ ਆ, ਮੈਂ ਕਦੇ ਸਟੈਂਡਰਡ ਸੈੱਟ ਕਰ ਦਿੰਦਾ ਹਾਂ, ਗੋਲ ਸੈੱਟ ਕਰ ਲੈਂਦਾ, ਆਪਣੀ ਲਾਈਫ ਦੇ ਵਿੱਚ ਫੇਲਿਅਰ ਹੋ ਜਾਂਦੇ ਆ, ਤਾਂ ਕੀ ਕਰੀਏ। ਤਾਂ ਬਾਬਾ ਜੀ ਨੇ ਜਵਾਬ ਦਿੱਤਾ ਕਿ ਦੇਖੋ, ਇਹ ਜਿਹੜੇ ਸਾਡੇ ਗੋਲ ਹੈ ਇਹ ਸਮੇਂ ਦੇ ਨਾਲ ਬਦਲਦੇ ਰਹਿੰਦੇ ਆ। ਅੱਜ ਤੋਂ 5 ਸਾਲ ਪਹਿਲਾਂ ਜਿਹੜਾ ਸਾਡਾ ਗੋਲ ਸੀਗਾ, ਹੁਣ ਅੱਜ ਨਹੀਂ ਹੈ। ਹੁਣ ਅੱਜ ਜਿਹੜੇ ਅਸੀਂ 5 ਸਾਲ ਦੇ ਅੱਗੇ ਦੇ ਗੋਲ ਸੋਚ ਰਹੇ ਹਨ, ਉਹ ਆਉਣ ਵਾਲੇ 5 ਸਾਲ ਦੇ ਵਿੱਚ ਨਹੀਂ ਰਹਿਣੇ ਹੈਗੇ ਆ। ਤਾਂ ਗੋਲ ਇੰਨਾ ਬਣਾਓ ਜਿੰਨਾ ਤੁਸੀਂ ਸਰ ਸਕਦੇ ਹੋ। ਮਾਲਕ ਨੇ ਸਾਡੀ ਕਿਸਮਤ ਬਣਾਈ ਹੈ, ਸਾਨੂੰ ਮਿਹਨਤ ਕਰਨ ਦੀ ਲੋੜ ਹੈ। ਜਿਹੜਾ ਕੁਝ ਵੀ ਹੋਊਗਾ ਉਸ ਦੇ ਹੁਕਮ ਦੇ ਨਾਲ ਹੋਊਗਾ। ਸਾਨੂੰ ਆਪਣਾ ਮਨ ਹੌਲਾ ਨਹੀਂ ਕਰਨਾ, ਆਪਣੇ ਆਪ ਨੂੰ ਇਹਦੇ ਵਿੱਚ ਨਹੀਂ ਲੈ ਕੇ ਜਾਣਾ ਕਿ ਆਪਾਂ ਫੇਲਿਅਰ ਦੇ ਵਿੱਚ ਹੈਗੇ ਆ। ਜਿਹੋ ਜਿਹਾ ਵੀ ਮਾਲਕ ਨੇ ਸਾਨੂੰ ਦਿੱਤਾ ਹੈ, ਸਾਨੂੰ ਸ਼ੁਕਰ ਕਰਨ ਦੀ ਲੋੜ ਹੈ। ਫਿਰ ਇੱਕ ਮੁੰਡੇ ਨੇ ਬਾਬਾ ਜੀ ਤੋਂ ਪੁੱਛਿਆ ਕਿ ਬਾਬਾ ਜੀ ਮੈਂ ਇੱਥੇ ਕੈਨੇਡਾ ਦੇ ਵਿੱਚ ਕੰਮ ਕਰਦਾ ਹਾਂ, ਪਰ ਮੇਰਾ ਇੱਥੇ ਰਹਿਣ ਦਾ ਜੀ ਨਹੀਂ ਕਰਦਾ, ਮੇਰਾ ਇੰਡੀਆ ਜਾਣ ਨੂੰ ਜੀ ਕਰਦਾ ਹੈ, ਮੈਂ ਕੀ ਕਰੀਏ। ਤਾਂ ਬਾਬਾ ਜੀ ਨੇ ਜਵਾਬ ਦਿੱਤਾ ਕਿ ਭਾਈ ਦੇਖੋ, ਇਹ ਤੁਹਾਡੇ ਉੱਤੇ ਮੁਨੱਸਰ ਹੈ, ਇਹਦਾ ਤੁਹਾਨੂੰ ਸੈਂਸ ਆਫ ਡਿਸਕ੍ਰਿਮੀਨੇਸ਼ਨ ਹੈਗੀ ਹੈ, ਸਹੀ ਗਲਤ ਦੀ ਤੁਹਾਨੂੰ ਸਮਝ ਹੈ ਕਿ ਕੀ ਤੁਹਾਡੇ ਲਈ ਸਹੀ ਹੈ। ਇੱਥੇ ਤਾਂ ਜਿਹੜਾ ਪੇ ਸਕੇਲ ਹੈ, ਜਿਹੜਾ ਇੰਡੀਆ ਦਾ ਪੇ ਸਕੇਲ ਹੈ, ਉਹਦੇ ਵਿੱਚ ਤੁਹਾਨੂੰ ਦੇਖਣਾ ਹੈ। ਜੇ ਤੁਸੀਂ ਆਪਣੇ ਘਰ ਜਾਣਾ ਚਾਹੁੰਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਬੇਟਾ, ਪਰ ਜਿਹੜੇ ਡਿਸੀਜ਼ਨ ਹੈ ਉਹ ਬਹੁਤ ਸੋਚ ਸਮਝ ਕੇ ਲੈਣੇ ਪੈਂਦੇ ਹੈ। ਜਲਦਬਾਜ਼ੀ ਤੇ ਨਾ ਕੋਈ ਡਿਸੀਜ਼ਨ ਲਿਓ ਕਿ ਕੱਲ ਨੂੰ ਤੁਹਾਨੂੰ ਕੋਈ ਚੀਜ਼ ਦਾ ਰਿਗਰੈਟ ਹੋ ਜੇ। ਚੀਜ਼ ਨੂੰ ਸੋਚ ਸਮਝ ਕੇ ਜਿਹੜਾ ਵੀ ਤੁਹਾਨੂੰ ਸਹੀ ਲੱਗੇ। ਤੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ, ਤੁਸੀਂ ਇੱਥੇ ਬੜੀ ਖੁਸ਼ੀ ਦੇ ਨਾਲ ਰਹਿ ਸਕਦੇ ਹੋ, ਉੱਥੇ ਰਹਿਣਾ ਹੈ ਉੱਥੇ ਵੀ ਰਹਿ ਸਕਦੇ ਹੋ। ਗੱਲ ਹੁੰਦੀ ਹੈ ਮਿਹਨਤ ਦੀ, ਗੱਲ ਹੁੰਦੀ ਹੈ ਪਿਆਰ ਦੀ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਇੱਥੇ ਜੀ ਨਹੀਂ ਲੱਗ ਰਿਹਾ ਹੈ, ਤੁਸੀਂ ਫੋਰਸਫੁਲੀ ਇੱਥੇ ਰਹਿ ਰਹੇ ਹੋ, ਤਾਂ ਆਪਣਾ ਡਿਸੀਜਨ ਤੁਸੀਂ ਵੱਖਰਾ ਲੈ ਸਕਦੇ ਹੋ। ਜੇ ਤੁਸੀਂ ਸੋਚ ਰਹੇ ਹੋ ਕਿ ਇੱਥੇ ਦਾ ਜਿਹੜਾ ਕਮਾਈ ਹੈ ਉਹ ਵੱਧ ਹੈ, ਤਾਂ ਤੁਹਾਨੂੰ ਉਹ ਪਰਸਪੈਕਟਿਵ ਵੀ ਆਪਣੇ ਨਜ਼ਰੀਏ ਦੇ ਵਿੱਚ ਰੱਖਣਾ ਹੈ। ਪਰ ਐਂਡ ਆਫ ਦਾ ਡੇ ਜਿਹੜਾ ਡਿਸੀਜਨ ਹੈ ਉਹ ਤੁਹਾਨੂੰ ਖੁਦ ਲੈਣਾ ਹੈ। ਜਿਹੜੀ ਵੀ ਚੀਜ਼ ਤੁਹਾਨੂੰ ਖੁਸ਼ੀ ਦੇਊਗੀ ਉਹ ਚੀਜ਼ ਤੁਹਾਡੇ ਲਈ ਇੰਪੋਰਟੈਂਟ ਹੈ। ਬਾਹਰ ਵਾਲਾ ਤੁਹਾਨੂੰ ਸਿਰਫ ਸਲਾਹ ਦੇ ਸਕਦਾ ਹੈ, ਡਿਸੀਜਨ ਜਿਹੜਾ ਹੈ ਉਹ ਤੁਹਾਨੂੰ ਖੁਦ ਲੈਣਾ ਪੈਣਾ ਹੈ। ਫਿਰ ਕਿਸੇ ਨੇ, ਇੱਕ ਕਪਲ ਸੀਗਾ ਉੱਥੇ, ਉਹਨੇ ਬਾਬਾ ਜੀ ਤੋਂ ਸਵਾਲ ਪੁੱਛਿਆ ਕਿ ਬਾਬਾ ਜੀ ਸਾਡੇ ਪਹਿਲਾਂ ਬੱਚਾ ਨਹੀਂ ਹੋਇਆ ਸੀ, ਸਾਡੀ ਸ਼ਾਦੀ ਤੋਂ ਕਈ ਸਾਲ ਹੋ ਗਏ ਸੀ, ਸਾਡਾ ਕੋਈ ਸੰਤਾਨ ਨਹੀਂ ਸੀਗੀ। ਫਿਰ ਆਪਾਂ ਨੇ ਬੜੇ ਸੋਚ ਸਮਝ ਦੇ ਨਾਲ ਇੱਕ ਜਿਹੜਾ ਮੁੰਡਾ ਸੀ ਉਹ ਅਡਾਪਟ ਕਰ ਲਿੱਤਾ ਸੀ। ਲੇਕਿਨ ਹੁਣ ਮਾਲਕ ਦੇ ਸ਼ੁਕਰ ਵਾਸਤੇ ਸਾਨੂੰ ਇੱਕ ਬੱਚਾ ਸਾਡਾ ਹੋ ਗਿਆ। ਹੁਣ ਸਾਡੇ ਕੋਲ 2 ਬੱਚੇ ਨੇ। ਹੁਣ ਆਪਾਂ ਕੀ ਕਰ ਸਕਦੇ ਹਾਂ ਕਿ ਜੇ ਕੋਈ ਇਹੋ ਜਿਹੀ ਚੀਜ਼ ਨਾ ਆਵੇ। ਉਹਨਾਂ ਨੇ ਖੁੱਲ੍ਹ ਕੇ ਸਵਾਲ ਤਾਂ ਨਹੀਂ ਕੀਤਾ, ਪਰ ਤੁਸੀਂ ਸਮਝ ਸਕਦੇ ਹੋ ਕਿਸ ਬਾਰੇ ਸਵਾਲ ਪੁੱਛ ਰਹੇ ਸੀਗੇ। ਤਾਂ ਬਾਬਾ ਜੀ ਨੇ ਜਵਾਬ ਦਿੱਤਾ ਕਿ ਦੇਖੋ, ਦੋਨੋਂ ਮਾਲਕ ਦੀ ਦਾਤ ਹੈਗੀ ਹੈ। ਇਹ ਤਾਂ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਕਿਸੇ ਦਾ ਬੱਚਾ ਅਡਾਪਟ ਕੀਤਾ ਹੈ। ਜਿਨ੍ਹਾਂ ਨੂੰ ਮਾਂ-ਬਾਪ ਦਾ ਸਹਾਰਾ ਨਹੀਂ ਸੀਗਾ, ਤੁਸੀਂ ਉਹਨਾਂ ਦੇ ਮਾਂ-ਬਾਪ ਦੇ ਸਹਾਰੇ ਬਣੇ। ਲੇਕਿਨ ਹੁਣ ਤੁਹਾਨੂੰ ਦੋਨੋਂ ਦੀ ਜ਼ਿੰਮੇਵਾਰੀ ਨਿਭਾਉਣੀ ਹੈ, ਬੜੇ ਪਿਆਰ ਦੇ ਨਾਲ ਦੋਨੋਂ ਨੂੰ ਲੈ ਕੇ ਚੱਲਣਾ ਹੈ, ਤੇ ਕੋਈ ਵੀ ਜਿਹੜਾ ਡਿਸਕ੍ਰਿਮੀਨੇਸ਼ਨ ਹੈ ਉਹ ਦੋਨਾਂ ਦੇ ਵਿੱਚ ਨਹੀਂ ਲੈ ਕੇ ਆਣਾ ਹੈ। ਮਾਲਕ ਨੇ ਜੇ ਸਾਨੂੰ ਪਹਿਲਾ ਦਿੱਤਾ ਹੈ, ਸਾਨੂੰ ਕਦਰ ਕਰਨੀ ਹੈ, ਦੂਜਾ ਦਿੱਤਾ ਹੈ ਉਹਦੀ ਵੀ ਕਦਰ ਕਰਨੀ ਹੈ। ਆਪਾਂ ਨੇ ਕਦੇ ਵੀ ਇਹ ਚੀਜ਼ ਨਹੀਂ ਲਾਣਾ ਕਿ ਕੋਈ ਅਡਾਪਟ ਹੈ ਜਾਂ ਸਾਡਾ ਆਪਣਾ ਨੈਚੁਰਲ ਹੈਗਾ। ਦੋਨੋਂ ਮਾਲਿਕ ਦੇ ਦਿੱਤੇ ਹੋਏ ਹਨ, ਸਾਨੂੰ ਕਦਰ ਕਰਨੀ ਹੈ ਤੇ ਉਹਦਾ ਸ਼ੁਕਰੀਆ ਅਦਾ ਕਰਨਾ ਹੈ। ਫਿਰ ਕਿਸੇ ਨੇ ਬਾਬਾ ਜੀ ਤੋਂ ਪੁੱਛਿਆ ਕਿ ਬਾਬਾ ਜੀ ਆਪਾਂ ਆਪਣੇ ਬੱਚਿਆਂ ਨੂੰ
ਪਰਮਾਰਥ ਕਿਵੇਂ ਸਿਖਾ ਸਕਦੇ ਹਾਂ, ਕਿ ਉਹਨਾਂ ਨੂੰ ਆਪਾਂ ਕਿਵੇਂ ਸਤਸੰਗ ਵੱਲ ਤੋਰ ਸਕਦੇ ਹਾਂ ਜਾਂ ਸਤਸੰਗੀ ਬਣਾ ਸਕਦੇ ਹਾਂ। ਤਾਂ ਬਾਬਾ ਜੀ ਨੇ ਜਵਾਬ ਦਿੱਤਾ ਕਿ ਦੇਖੋ, ਸਾਨੂੰ ਜਿਹੜਾ ਪਰਮਾਰਥ ਹੈ ਉਹ ਕੋਈ ਸਿਖਾਉਣ ਦੀ ਚੀਜ਼ ਨਹੀਂ ਹੈ, ਇਹ ਆਪਣੇ ਆਪ ਸਮਝ ਆਉਂਦੀ ਹੈ। ਜੇ ਸਿਖਾਉਣ ਤੋਂ ਸਮਝ ਆ ਜਾਂਦੀ ਤਾਂ ਇੱਥੇ ਜਿਹੜੇ ਬੈਠੇ ਆ ਇਹਨਾਂ ਨੂੰ ਸਾਰਿਆਂ ਨੂੰ ਸਮਝ ਆ ਜਾਂਦੀ। ਜਦ ਤੱਕ ਸਾਨੂੰ ਖੁਦ ਅਹਿਸਾਸ ਨਹੀਂ ਹੋਵੇਗਾ, ਜਦ ਤੱਕ ਸਾਨੂੰ ਉਹ ਜਿਹੜੀ ਚੀਜ਼ ਹੈ ਉਹ ਸਾਡੇ ਅੰਦਰ ਨਹੀਂ ਆਊਗੀ, ਜਦ ਤੱਕ ਨਹੀਂ ਆ ਸਕਦਾ। ਸੈਲਫ ਐਕਸਪੀਰੀਅੰਸ ਜਿਹੜਾ ਹੁੰਦਾ ਹੈ, ਜਦ ਤੱਕ ਇਨਸਾਨ ਮਹਿਸੂਸ ਨਹੀਂ ਕਰਦਾ, ਜਦ ਤੱਕ ਉਹ ਚੀਜ਼ ਸਮਝ ਨਹੀਂ ਆ ਸਕਦੀ। ਕੋਈ ਤੁਹਾਨੂੰ ਕਵੇ ਕਿ ਤੁਹਾਡੇ ਸਾਹਮਣੇ ਇਹ ਜਿਹੜੀ ਚੀਜ਼ ਰੱਖੀ ਹੈ ਸਭ ਤੋਂ ਮਿੱਠੀ ਚੀਜ਼ ਹੈ, ਕਿ ਤੁਸੀਂ ਮੰਨ ਲਓਗੇ। ਜਦ ਤੱਕ ਤੁਸੀਂ ਉਹਨਾਂ ਨੂੰ ਖਾ ਕੇ ਨਹੀਂ ਵੇਖੋਗੇ, ਤੁਹਾਨੂੰ ਸਮਝ ਨਹੀਂ ਆਊਗੀ ਉਹ ਕਿੰਨੀ ਮਿੱਠੀ ਚੀਜ਼ ਹੈ। ਉਹੀ ਪਰਮਾਰਥ ਦੇ ਵਿੱਚ ਹੈ। ਆਪਾਂ ਕਿਸੇ ਨੂੰ ਪਰਮਾਰਥ ਸਿਖਾ ਨਹੀਂ ਸਕਦੇ, ਆਪਾਂ ਸਿਰਫ ਸਮਝਾ ਸਕਦੇ ਹਾਂ। ਸਿੱਖਣੀ ਉਹਨਾਂ ਖੁਦ ਨੇ ਹੈ। ਜਿਵੇਂ ਤੱਕ ਜਿੰਨਾ ਚਿਰ ਬੱਚਿਆਂ ਦੀ ਗੱਲ ਹੈ, ਅੱਜ ਕੱਲ ਦੇ ਜਿਹੜੇ ਬੱਚੇ ਹੈ ਉਹ ਬੱਚੇ ਨਹੀਂ ਰਹੇ ਪਹਿਲਾਂ ਵਾਲੇ, ਕਿ ਉਹਨਾਂ ਨੂੰ ਤੁਸੀਂ ਕੋਈ ਚੀਜ਼ ਕਹੋਗੇ ਉਹ ਮੰਨ ਲੈਣਗੇ। ਪਹਿਲਾਂ ਦੇ ਜਿਹੜੇ ਬੰਦੇ ਸੀ, ਬੱਚੇ ਸੀ, ਉਹ ਬਲਾਈਂਡ ਫੇਥ ਵਾਲੇ ਹੁੰਦੇ ਸੀ। ਜਿੰਨਾ ਵੀ ਮਾਂ-ਬਾਪ ਨੇ ਕਹਿਤਾ, ਪਿਓ ਨੇ ਕਹਿਤਾ, ਉਹਨਾਂ ਨੇ ਮੰਨ ਕੇ ਬਹਿ ਜਾਣਾ ਸੀ। ਅੱਜ ਕੱਲ ਦੇ ਬੱਚੇ ਇੰਟਰਨੈਟ ਦੇ ਉੱਤੇ ਜਾਂਦੇ ਆ, ਹਰ ਇੱਕ ਚੀਜ਼ ਦੀ ਉਹ ਰਿਸਰਚ ਕਰਦੇ ਆ, ਫਿਰ ਕਿਸੇ ਮੁਕਾਮ ਦੇ ਉੱਤੇ ਪਹੁੰਚਦੇ ਆ। ਸਾਨੂੰ ਉਹਨਾਂ ਦੇ ਉੱਤੇ ਪ੍ਰੈਸ਼ਰ ਨਹੀਂ ਪਾਉਣਾ, ਆਪਾਂ ਨੇ ਉਹਨੂੰ ਸੱਚੇ ਸੰਸਕਾਰ ਦੇਣੇ ਹੈ, ਅੱਛੇ ਸੰਸਕਾਰ ਦੇਣੇ ਹੈ। ਆਪਾਂ ਉਹਨਾਂ ਨੂੰ ਕਾਈਂਡਨੈਸ ਸਿਖਾਉਣੀ ਹੈ, ਦੂਜਿਆਂ ਨੂੰ ਪਿਆਰ ਕਿਵੇਂ ਦੇਣਾ ਹੈ, ਦੂਜਿਆਂ ਨੂੰ ਡਿਸਕ੍ਰਿਮੀਨੇਸ਼ਨ ਨਹੀਂ ਕਰਨਾ ਹੈ। ਇਹ ਚੀਜ਼ਾਂ ਸਾਨੂੰ ਬੱਚਿਆਂ ਨੂੰ ਸਿਖਾਣੀ ਹੈ। ਪਰਮਾਰਥ ਜਦੋਂ ਉਹਨਾਂ ਟਾਈਮ ਆਊਗਾ ਆਪਣੇ ਆਪ ਉਹ ਸਿੱਖ ਲੈਣਗੇ। ਪਰ ਸਾਨੂੰ ਫਾਊਂਡੇਸ਼ਨ ਕ੍ਰੀਏਟ ਕਰਨ ਦੀ ਤਾਂ ਲੋੜ ਹੈ। ਉਹ ਫਾਊਂਡੇਸ਼ਨ ਕਿਵੇਂ ਕ੍ਰੀਏਟ ਹੋਵੇਗੀ? ਜਦ ਆਪਾਂ ਉਹਨਾਂ ਦੇ ਅੰਦਰ ਜਿਹੜੇ ਸੈਕਰਮੈਂਟਸ ਹੈ, ਜਿਹੜੇ ਉਹ ਸੰਸਕਾਰ ਹੈ, ਉਹ ਆਪਾਂ ਸ਼ੁਰੂ ਤੋਂ ਉਹਨਾਂ ਦੇ ਅੰਦਰ ਫੀਡ ਕਰਨਾ ਸ਼ੁਰੂ ਕਰਨਗੇ ਤਾਂ ਉਹ ਚੰਗੇ ਇਨਸਾਨ ਬਣਨਗੇ ਤੇ ਇੱਕ ਚੰਗਾ ਇਨਸਾਨ ਹੀ ਪਰਮਾਰਥ ਵੱਲ ਤੁਰ ਸਕਦਾ ਹੈ। ਫਿਰ ਕਿਸੇ ਨੇ ਬਾਬਾ ਜੀ ਤੋਂ ਪੁੱਛਿਆ ਹਸੀ ਮਜ਼ਾਕ ਦੇ ਵਿੱਚ ਕਿ ਬਾਬਾ ਜੀ, ਮੇਰੇ ਜਿਹੜੇ ਘਰ ਦੇ ਹੈਗੇ ਆ ਉਹ ਮੇਰੇ ਉੱਤੇ ਵਿਆਹ ਦਾ ਪ੍ਰੈਸ਼ਰ ਪਾਉਂਦੇ ਆ ਤੇ ਮੇਰਾ ਜੀ ਨਹੀਂ ਕਰਦਾ ਵਿਆਹ ਦਾ ਹੁਣੇ, ਤੇ ਮੈਂ ਕੀ ਕਰਾਂ? ਤਾਂ ਬਾਬਾ ਜੀ ਨੇ ਕਿਹਾ ਕਿ ਦੇਖੋ, ਬਾਬਾ ਜੀ ਨੇ ਹਸੀ ਮਜ਼ਾਕ ਦੇ ਵਿੱਚ ਕਿਹਾ ਕਿ ਤੁਹਾਨੂੰ ਕਰਵਾ ਲੈਣਾ ਚਾਹੀਦਾ ਹੈ, ਕਿ ਜੇ ਕਰਵਾਊਗਾ ਤਾਂ ਤੁਹਾਨੂੰ ਅਹਿਸਾਸ ਹੋਊਗਾ, ਕੋਈ ਆਊਗੀ ਤੈਨੂੰ ਸੈੱਟ ਕਰ ਦੂਗੀ, ਠੀਕ ਹੈ। ਤਾਂ ਸਾਰੇ ਹੱਸਣ ਲੱਗ ਪਏ। ਤਾਂ ਫਿਰ ਉਹਨਾਂ ਨੇ ਕਿਹਾ ਕਿ ਬਾਬਾ ਜੀ ਮੈਂ ਕੀ ਕਰਾਂ ਜਾਂ ਨਾ ਕਰਾਂ? ਤਾਂ ਬਾਬਾ ਜੀ ਨੇ ਕਿਹਾ ਕਿ ਬਈ ਵਿਆਹ ਤਾਂ ਇੱਕ ਉਹ ਲੱਡੂ ਹੈ ਜਿੰਨੇ ਖਾਇਆ ਉਹ ਵੀ ਪਛਤਾਏ, ਜਿੰਨਾ ਨਹੀਂ ਖਾਇਆ ਉਹ ਵੀ ਪਛਤਾਏ, ਤੇ ਜੇ ਪਛਤਾਣਾ ਹੀ ਹੈ ਤਾਂ ਖਾ ਕੇ ਹੀ ਪਛਤਾ ਲਿਓ। ਤਾਂ ਸਾਰੇ ਉੱਥੇ ਹੱਸਣ ਲੱਗ ਪਏ। ਤੇ ਸ਼ਾਦੀ ਦਾ ਅੱਜ ਕੱਲ ਬਹੁਤ ਚੱਲ ਰਿਹਾ ਹੈ, ਅੱਜ ਕੱਲ ਦਾ ਜਿਹੜਾ ਸਮਾਂ ਹੈ ਇਸ ਦੇ ਉੱਤੇ ਵੀ ਕਦੇ ਗੱਲ ਕਰਾਂਗੇ। ਹੁਣ ਅੱਗੇ ਕੁਐਸਚਨ ਹੈਗਾ, ਕਿਸੇ ਨੇ, ਇੱਕ ਲੇਡੀ ਸੀਗੀ, ਉਹਨਾਂ ਨੇ ਪੁੱਛਿਆ ਕਿ ਬਾਬਾ ਜੀ ਸਾਡੇ ਜਿਹੜੇ ਘਰ ਦੇ ਹੈਗੇ ਆ ਉਹ ਐਸਟ੍ਰੋਲੋਜੀ ਵਿੱਚ ਬਹੁਤ ਵਿਸ਼ਵਾਸ ਕਰਦੇ ਆ, ਜੋਤਿਸ਼ ਦੇ ਵਿੱਚ ਬਹੁਤ ਵਿਸ਼ਵਾਸ ਕਰਦੇ ਆ। ਉਹ ਰਾਹੂ ਕੇਤੂ ਦੀ ਗੱਲ ਕਰਦੇ ਆ, ਗ੍ਰਹਿ ਦੀ ਗੱਲ ਕਰਦੇ ਆ ਕਿ ਅੱਜ ਇਹ ਗ੍ਰਹਿ ਸਾਡਾ ਖਰਾਬ ਹੋ ਗਿਆ, ਅੱਜ ਉਹ ਗ੍ਰਹਿ ਸਾਡਾ ਖਰਾਬ ਹੋ ਗਿਆ, ਅੱਜ ਇਹਨਾਂ ਨੂੰ ਮਨਾ ਲਈਏ, ਅੱਜ ਉਹਨਾਂ ਨੂੰ ਮਨਾ ਲਈਏ। ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ? ਮੈਂ ਉਹਦੇ ਉੱਤੇ ਨਹੀਂ ਵਿਸ਼ਵਾਸ ਰੱਖਦੀ। ਤਾਂ ਬਾਬਾ ਜੀ ਨੇ ਕਿਹਾ ਕਿ ਦੇਖੋ, ਆਪਾਂ ਨੇ ਕਿਸੇ ਦੇ ਉੱਤੇ ਪ੍ਰੈਸ਼ਰ ਨਹੀਂ ਪਾਣਾ, ਉਹਨਾਂ ਨੂੰ ਉਹਨਾਂ ਦੇ ਰਾਸਤੇ ਦੇ ਉੱਤੇ ਚੱਲਣ ਦਿਓ, ਤਾਂ ਤੁਸੀਂ ਆਪਣੇ ਰਾਸਤੇ ਉੱਤੇ ਚੱਲੋ। ਜਿੰਨਾ ਚਿਰ ਗ੍ਰਹਿ ਦੀ ਗੱਲ ਹੈ ਬੇਟਾ, ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਡੇ ਸਮਝ ਤੋਂ ਪਰੇ ਹੈਗੀਆਂ। ਜਿਹੜੀ ਚੀਜ਼ ਸਾਨੂੰ ਦਿੱਤੀ ਗਈ ਹੈ ਉਹ ਹੈ ਭਜਨ ਸਿਮਰਨ। ਤੁਸੀਂ ਪਹਿਲਾਂ ਆਪਣਾ ਭਜਨ ਸਿਮਰਨ ਤਾਂ ਠੀਕ ਕਰ ਲਿਓ, ਬਾਅਦ ਚ ਆਪਣੇ ਗ੍ਰਹਿ ਨੂੰ ਠੀਕ ਕਰ ਲੈਣਾ। ਆਪਾਂ ਜਿਹੜੀ ਚੀਜ਼ ਸਾਨੂੰ ਦਿੱਤੀ ਜਾਂਦੀ ਹੈ ਉਹ ਆਪਾਂ ਨਹੀਂ ਕਰਦੇ, ਆਪਾਂ ਹੋਰ ਚੀਜ਼ਾਂ ਦੇ ਵਿੱਚ ਲੱਗ ਜਾਂਦੇ ਆ। ਤਾਂ ਮੈਂ ਇਹਨਾਂ ਦੇ ਵਿੱਚ ਐਡ ਵੀ ਕਰਨਾ ਚਾਹੁੰਦਾ ਕਿ ਕਈ ਵਾਰੀ ਪੁੱਛਦੇ ਆ ਕਿ ਤੁਹਾਡੇ ਬਾਬਾ ਜੀ ਜਿਹੜੇ ਆ ਕਿ ਐਸਟ੍ਰੋਲੋਜੀ ਦੇ ਖਿਲਾਫ ਹੈ। ਦੇਖੋ, ਬਾਬਾ ਜੀ ਕਦੇ ਵੀ ਐਸਟ੍ਰੋਲੋਜੀ ਦੇ ਖਿਲਾਫ ਨਹੀਂ ਹੈਗੇ। ਬਾਬਾ ਜੀ ਨੇ ਇੱਕ ਵਾਰੀ ਕਿਹਾ ਸੀ ਜਿਹੜਾ ਐਸਟ੍ਰੋਲੋਜੀ ਜਿਹੜੀ ਹੈ ਉਹ ਇੱਕ ਫਾਈਨ ਸਾਇੰਸ ਹੈ, ਉਹ ਸਟੱਡੀ ਹੈਗੀ ਹੈ। ਦੇਖੋ, ਅੱਜ ਕੱਲ ਨਾ ਤਾਂ ਉਹ ਇੰਨੇ ਗਹਿਰੇ ਰਿਸਰਚਰ ਹੈਗੇ ਆ, ਉਹ ਪਹੁੰਚੇ ਹੋਏ ਪੰਡਤ ਹੈਗੇ ਆ ਜੋ ਸਾਨੂੰ ਸਹੀ ਤਰੀਕਾ ਬਤਾ ਸਕੇ। ਜਿੰਨਾ ਚਿਰ ਹੈਗੀ ਆ ਗ੍ਰਹਿ ਦੀ ਗੱਲ, ਜੇ ਇੱਕ ਚੀਜ਼ ਵੀ, ਬਾਬਾ ਜੀ ਨੇ ਇੱਕ ਵਾਰੀ ਕਿਹਾ ਸੀ ਕਿ ਜੇ ਇੱਕ ਚੀਜ਼ ਵੀ ਇੱਧਰ ਤੋਂ ਇੱਧਰ ਹੋ ਜੇ, ਇੱਕ ਡੇਟ ਆਫ ਬਰਥ ਵੀ ਇੱਧਰ ਤੋਂ ਇੱਧਰ ਹੋ ਜੇ, ਤੁਹਾਡਾ ਸਾਰਾ ਬੇੜਾ ਕਰਕ ਹੋ ਕੇ ਬਹਿ ਜਾਊਗਾ। ਇਸ ਕਰਕੇ ਜਿਹੜੀ ਚੀਜ਼ ਪ੍ਰੈਕਟੀਕਲ ਹੈ ਉਹ ਸਾਨੂੰ ਕਰਨ ਦੀ ਲੋੜ ਹੈ। ਸਾਨੂੰ ਉਸ ਪਰਮਾਤਮਾ ਨੂੰ ਅੱਗੇ ਰੱਖ ਕੇ ਉਸ ਦਾ ਧਿਆਨ ਕਰਨ ਦੀ ਲੋੜ ਹੈ। ਉਸ ਤੋਂ ਬੜੀ ਐਸਟ੍ਰੋਲੋਜੀ ਨਹੀਂ ਹੋ ਸਕਦੀ, ਉਸ ਤੋਂ ਬੜੇ ਗ੍ਰਹਿ ਨਹੀਂ ਹੋ ਸਕਦੇ ਜਿਨ੍ਹਾਂ ਨੇ ਸਾਰੀ ਕਾਇਨਾਤ ਨੂੰ ਬਣਾਇਆ ਹੈ ਕਿ ਉਹ ਤੁਹਾਡੇ ਗ੍ਰਹਿ ਖਰਾਬ ਕਰ ਦੂਗਾ, ਉਹ ਕਦੇ ਵੀ ਨਹੀਂ ਕਰ ਸਕਦਾ। ਤੁਸੀਂ ਉਹਨਾਂ ਦੇ ਸ਼ਰਨ ਜਾਓਗੇ, ਉਹ ਤੁਹਾਨੂੰ ਸਾਰਿਆਂ ਨੂੰ ਪਾਰ ਉਤਾਰਾ ਕਰ ਦੂਗਾ। ਫਿਰ ਕਿਸੇ ਨੇ ਬਾਬਾ ਜੀ ਤੋਂ ਪੁੱਛਿਆ ਕਿ ਬਾਬਾ ਜੀ, ਜਦ ਮੈਂ ਭਜਨ ਤੇ ਬਹਿੰਦਾ ਹਾਂ ਤਾਂ ਮੇਰੇ ਅੰਦਰ ਕਨਫਿਊਜ਼ਨ ਆਉਂਦਾ ਹੈ। ਜਿੰਨਾ ਅਬ ਹੁਣ ਪਹਿਲਾਂ ਸਾਨੂੰ ਤੁਹਾਡੇ ਦਰਸ਼ਨ ਹੁੰਦੇ ਸੀ,
ਆਪਾਂ ਤੁਹਾਨੂੰ ਸਤਸੰਗ ਦੇ ਵਿੱਚ ਵੇਖਦੇ ਸੀ ਤਾਂ ਆਪਾਂ ਤੁਹਾਡਾ ਇੰਪ੍ਰੈਸ਼ਨ ਜਿਹੜਾ ਹੈ ਭਜਨ ਸਿਮਰਨ ਤੇ ਲਾਉਣ ਦੀ ਕੋਸ਼ਿਸ਼ ਕਰਦੇ ਸੀ। ਹੁਣ ਆਪਾਂ ਹੁਜ਼ੂਰ ਨੂੰ ਵੇਖ ਰਹੇ ਹਨ ਤਾਂ ਆਪਾਂ ਦੇ ਵਿੱਚ ਕਨਫਿਊਜ਼ਨ ਆ ਜਾਂਦਾ ਹੈ ਕਿ ਆਪਾਂ ਹੁਜ਼ੂਰ ਨੂੰ ਦੇਖੀਏ ਅੰਦਰ ਜਾਂ ਬਾਬਾ ਜੀ ਨੂੰ ਵੇਖ ਜਾਂ ਤੁਹਾਨੂੰ ਦੇਖੀਏ। ਤਾਂ ਬਾਬਾ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਬੇਟਾ ਤੁਹਾਨੂੰ ਭਜਨ ਸਿਮਰਨ ਕਰਨਾ ਹੈ। ਤੁਸੀਂ ਜਿਨ੍ਹਾਂ ਨੂੰ ਵੀ ਵੇਖਣਾ ਚਾਹੁੰਦੇ ਹੋ ਤੁਸੀਂ ਵੇਖ ਸਕਦੇ ਹੋ, ਉਹ ਜਿਹੜਾ ਸਰੂਪ ਹੈ ਉਹ ਆਪਣੇ ਆਪ ਆਉਂਦਾ ਹੈ, ਤੁਸੀਂ ਲਾ ਨਹੀਂ ਸਕਦੇ। ਤੁਹਾਨੂੰ ਭਜਨ ਸਿਮਰਨ ਕਰਨ ਦੀ ਲੋੜ ਹੈ। ਭਜਨ ਸਿਮਰਨ ਕਰੋਗੇ ਉਹ ਪਰਮਾਤਮਾ ਇੰਨੀ ਸ਼ਿੱਦਤ ਲਾਊਗਾ ਕਿ ਆਪਣੇ ਆਪ ਉਹ ਬਖਸ਼ਿਸ਼ ਕਰੂਗਾ। ਆਪਾਂ ਇਹਨਾਂ ਚੀਜ਼ਾਂ ਵਿੱਚ ਨਾ ਫੜੀਏ ਕਿ ਕਦੇ ਇੱਥੇ ਕਦੇ ਉੱਥੇ। ਆਪਾਂ ਨੇ ਫੋਕਸ ਬਣਾਉਣਾ ਹੈ, ਆਪਾਂ ਨੇ ਆਪਣੀ ਡਿਊਟੀ ਕਰਨੀ ਹੈ। ਫਿਰ ਉਸ ਪਰ ਪਰਮਾਤਮਾ ਦੀ ਮਰਜ਼ੀ ਹੈ, ਉਸ ਮਾਲਕ ਦੀ ਮਰਜ਼ੀ ਹੈ, ਉਹ ਸਾਨੂੰ ਕੀ ਦਿੰਦਾ ਹੈ। ਸਾਨੂੰ ਤਾਂ ਬੇਟਾ ਕਦਰ ਕਰਨੀ ਹੈ, ਕਦਰ ਕਰਾਂਗੇ ਤਾਂ ਪਾਵਾਂਗੇ। ਫਿਰ ਕਿਸੇ ਨੇ ਬਾਬਾ ਜੀ ਤੋਂ ਪੁੱਛਿਆ ਕਿ ਬਾਬਾ ਜੀ ਤੁਸੀਂ ਜਿਹੜਾ ਤੁਹਾਡਾ ਕੈਨੇਡਾ ਦਾ ਟੂਰ ਹੈ ਇਹਦੇ ਤੁਸੀਂ ਬਹੁਤ ਘੱਟ ਆਉਂਦੇ ਹੋ ਤੇ ਤੁਹਾਡਾ ਆਪਾਂ ਵੇਟ ਕਰਦੇ ਰਹਿੰਦੇ ਆ ਕਿ ਤੁਸੀਂ ਕਦ ਆਓਗੇ, ਤਾਂ ਤੁਸੀਂ ਬਹੁਤ ਘੱਟ ਆਉਂਦੇ ਹੋ ਬਾਬਾ ਜੀ, ਥੋੜਾ ਜਿਹਾ ਜਿਹੜੇ ਸ਼ੈਡਿਊਲ ਹੈ ਉਹ ਇੱਥੇ ਦੇ ਵਧਾਓ। ਤਾਂ ਬਾਬਾ ਜੀ ਨੇ ਕਿਹਾ ਕਿ ਕੀ ਹੋ ਜਾਊਗਾ ਵਧਣ ਦੇ ਨਾਲ, ਜਿੰਨਾ ਮੈਂ ਆਉਂਦਾ ਉਨਾ ਹੀ ਤੁਸੀਂ ਮੰਨ ਲਿਓ। ਬੇਟਾ ਮੇਰੇ ਆਉਣ ਦੇ ਇੱਥੇ ਫਰਕ ਨਹੀਂ ਪੈਂਦਾ। ਜੇ ਤੁਸੀਂ ਮੇਰੀ ਗੱਲ ਮੰਨੋਗੇ, ਜੇ ਤੁਸੀਂ ਭਜਨ ਸਿਮਰਨ ਕਰੋਗੇ ਤਾਂ ਫਿਰ ਆਉਣ ਦਾ ਫਾਇਦਾ ਹੈ। ਬੇਟਾ ਇੱਥੇ ਆ ਕੇ ਨਹੀਂ ਮਿਲਣ ਲੱਗਾ ਕੁਝ ਵੀ, ਜਿਹੜੀ ਚੀਜ਼ ਉਹਨੇ ਦੇਣੀ ਸੀ ਤੁਹਾਨੂੰ ਦੇ ਦਿੱਤੀ, ਹੁਣ ਤੁਹਾਨੂੰ ਕਦਰ ਕਰਨ ਦੀ ਲੋੜ ਹੈ। ਭਜਨ ਸਿਮਰਨ ਕਰੋਗੇ, ਗੱਲਾਂ ਨੂੰ ਮੰਨੋਗੇ ਤਾਂ ਫਾਇਦਾ ਹੈ। ਇੱਥੇ ਬਹਿ ਕੇ ਇੱਥੇ ਮੇਰੇ ਆਉਣ ਤੇ ਨਹੀਂ ਕੁਝ ਹੋਣ ਲੱਗਾ। ਫਿਰ ਬਾਬਾ ਜੀ ਨੇ ਹੱਸੀ ਦੇ ਵਿੱਚ ਕਿਹਾ ਕਿ ਜੇ ਤੁਸੀਂ ਆਉਣਾ ਚਾਹੁੰਦੇ ਹੋ ਤੁਸੀਂ ਵੀ ਕਦੇ ਕਦਾ ਡੇਰੇ ਆ ਜਾਇਆ ਕਰੋ ਸਤਸੰਗ ਸੁਣਨ ਲਈ। ਤਾਂ ਸਾਨੂੰ ਵੀ ਸਮਝਣ ਦੀ ਲੋੜ ਹੈ। ਬਾਬਾ ਜੀ ਨੇ ਸਮਝਾਇਆ ਕਿ ਸਾਨੂੰ ਵੀ ਸਮਝਣ ਦੀ ਲੋੜ ਹੈ ਕਿ ਜਿੰਨਾ ਚਿਰ ਵੀ ਸਾਨੂੰ ਸਮਝਾਉਣ ਦੀ ਕਸਰ ਨਹੀਂ ਛੱਡੀ, ਹੁਣ ਸਾਨੂੰ ਸਮਝਣ ਦੀ ਲੋੜ ਹੈ। ਇੰਨੀ ਗ੍ਰੰਥ ਪੋਥੀਆਂ ਹੈਗੀਆਂ, ਇੰਨੇ ਸਤਸੰਗ ਹੈਗੇ ਆ, ਕਿ ਸਮਝਾਉਣ ਦੀ ਕੋਈ ਕਸਰ ਹੈਗੀ ਆ? ਸਮਝਾਉਣ ਦੀ ਤਾਂ ਕੋਈ ਕਸਰ ਨਹੀਂ ਹੈ। ਸਾਡੇ ਸਮਝਣ ਦੇ ਉੱਤੇ ਡਾਊਟ ਹੈਗਾ ਕਿ ਆਪਾਂ ਸਮਝਦੇ ਆ ਕਿ ਨਹੀਂ ਸਮਝਦੇ ਆ। ਜਿੰਨਾ ਚਿਰ ਆਪਾਂ ਫਿਜ਼ੀਕਲ ਨੂੰ ਅੰਦਰ ਨਹੀਂ ਲੈ ਕੇ ਜਾਵਾਂਗੇ, ਪ੍ਰੈਕਟੀਕਲਿਟੀ ਦੇ ਵਿੱਚ ਨਹੀਂ ਲੈ ਕੇ ਜਾਵਾਂਗੇ, ਤਦ ਤੱਕ ਸਾਡੀ ਗੱਲ ਨਹੀਂ ਬਣਨ ਲੱਗੀ ਭਾਈ। ਸਾਨੂੰ ਸਮਝਣ ਦੀ ਲੋੜ ਹੈ। ਫਿਰ ਕਿਸੇ ਨੇ ਬਾਬਾ ਜੀ ਤੋਂ ਪੁੱਛਿਆ ਕਿ ਬਾਬਾ ਜੀ ਬਹੁਤ ਸਾਰੇ ਗੁਰੂ ਜਿਹੜੇ ਹੈ ਉਹ ਪੂਰੀ ਕਰਦੇ ਆ ਵਿਸ਼ੇਸ, ਬਹੁਤ ਸਾਰੀ ਗੱਲ ਮੰਨਦੇ ਆ, ਤਾਂ ਆਪਾਂ ਕੀ ਕਰ ਸਕਦੇ ਆ? ਤਾਂ ਬਾਬਾ ਜੀ ਨੇ ਕਿਹਾ ਕਿ ਦੇਖੋ ਜੇ ਤੁਸੀਂ ਆਪਣੀ ਵਿਸ਼ ਪੂਰੀ ਕਰਾਉਣਾ ਚਾਹੁੰਦੇ ਹੋ ਤਾਂ ਫਿਰ ਕੋਈ ਹੋਰ ਬਾਬਾ ਲੱਭ ਲਿਓ। ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਬਹੁਤ ਬਾਬੇ ਹੈਗੇ ਆ ਜਿਹੜੇ ਕਿ ਕਲੇਮ ਕਰਦੇ ਆ ਕਿ ਆਪਾਂ ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਬੇਟਾ ਮੈਂ ਉਹ ਬਾਬਿਆ ਨਹੀਂ ਹੈਗਾ। ਮੈਂ ਤੁਹਾਨੂੰ ਅਸਲੀਅਤ ਬਤਾਉਣ ਵਾਸਤੇ ਇੱਥੇ ਆਇਆ ਹਾਂ। ਤੁਹਾਨੂੰ ਜਿਹੜੀ ਚੀਜ਼ ਮੈਂ ਦੇਣੀ ਸੀ ਉਹ ਦੇ ਦਿੱਤੀ। ਤੁਹਾਨੂੰ ਕਦਰ ਕਰਨੀ ਹੈ, ਸਾਨੂੰ ਕਦਰ ਕਰਨੀ ਹੈ। ਤਾਂ ਸਾਨੂੰ ਵੀ ਸਮਝਣ ਦੀ ਲੋੜ ਹੈ ਕਿ ਕਿਹੜੀ ਜ਼ਿੰਦਗੀ ਆਪਾਂ ਬਦਲਣਾ ਚਾਹੁੰਦੇ ਆ ਭਾਈ। ਆਪਾਂ ਸਿਰਫ ਚੀਜ਼ਾਂ ਨੂੰ ਡਿਲੇ ਕਰ ਸਕਦੇ ਆ, ਖਤਮ ਨਹੀਂ ਕਰ ਸਕਦੇ। ਭਜਨ ਸਿਮਰਨ ਕਰਾਂਗੇ ਉਹ ਤਾਕਤ ਸਾਡੇ ਕੋਲ ਆਊਗੀ। ਭਜਨ ਸਿਮਰਨ ਕਰਾਂਗੇ ਉਹ ਕਨਸੈਂਟਰੇਸ਼ਨ ਸਾਡੇ ਕੋਲ ਆਊਗਾ ਕਿ ਆਪਾਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਉਸ ਪਰਮਾਤਮਾ ਦੇ ਕੋਲ ਜਾਓਗੇ। ਤੁਸੀਂ ਕੀ ਸੋਚਦੇ ਹੋ ਕਿ ਉਹ ਪਰਮਾਤਮਾ, ਉਹ ਗੁਰੂ ਸਾਡੇ ਲਈ ਨਹੀਂ ਕਰਦਾ? ਭਾਈ ਉਹ ਓਲੇ ਦੇ ਵਿੱਚ ਕਰਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਇਹਨਾਂ ਨੂੰ ਇਸ ਚੀਜ਼ ਦੀ ਆਦਤ ਨਹੀਂ ਪਾਉਣੀ। ਆਪਾਂ ਨੇ ਕਰਕੇ ਖਾਣਾ ਹੈ ਭਾਈ, ਮਿਹਨਤ ਦੇ ਨਾਲ ਕਰਕੇ ਖਾਣਾ ਹੈ। ਕਿਸਮਤ ਨੂੰ ਆਪਾਂ ਲੈ ਕੇ ਚੱਲਣਾ ਹੈ ਭਾਈ, ਸ਼ਾਰਟਕਟ ਨਹੀਂ ਅਪਣਾਉਣਾ। ਸ਼ਾਰਟਕਟ ਅਪਣਾਵਾਂਗੇ ਹਿਸਾਬ ਇਹਨਾਂ ਦਾ ਵੀ ਦੇਣਾ ਪਊਗਾ। ਇਹ ਨਾ ਸੋਚੋ ਕਿ ਅੱਜ ਕੋਈ ਜੰਤਰ ਮੰਤਰ ਕਰਕੇ ਜੇ ਤੁਸੀਂ ਕਿਸੇ ਚੀਜ਼ ਨੂੰ ਪਿੱਛੇ ਕਰ ਸਕਦੇ ਹੋ ਤਾਂ ਉਹ ਤੁਹਾਡੇ ਅੱਗੇ ਨਹੀਂ ਆਊਗੀ। ਜ਼ਰੂਰ ਆਊਗੀ ਭਾਈ, ਜ਼ਰੂਰ ਆਊਗੀ। ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੁੰਦਾ। ਤੁਹਾਡੇ ਘਰ ਦੇ ਵਿੱਚ ਸਾਂਪ ਹੈ, ਜੇ ਤੁਸੀਂ ਉਹਨਾਂ ਨੂੰ ਨਹੀਂ ਕੱਢੋਗੇ, ਤੁਸੀਂ ਸੋਚੋ ਕਿ ਤੁਸੀਂ ਉਹਨਾਂ ਨੂੰ ਕਿਸੇ ਡੱਬੇ ਦੇ ਵਿੱਚ ਬੰਦ ਕਰਕੇ ਆਪਣੇ ਘਰ ਦੇ ਵਿੱਚ ਰੱਖ ਦਿਓ, ਕੀ ਤੁਸੀਂ ਸੋਚ ਰਹੇ ਹੋ ਕਿ ਉਹ ਕਦੇ ਬਾਹਰ ਨਹੀਂ ਆਊਗਾ? ਕਿਸੇ ਨਾ ਕਿਸੇ ਦਿਨ ਆਊਗਾ ਤੇ ਹੋਰ ਖਤਰਨਾਕ ਬਣ ਕੇ ਆਊਗਾ। ਉਹੀ ਸਾਡੇ ਜ਼ਿੰਦਗੀ ਦੇ ਵਿੱਚ ਹੈਗੇ ਆ। ਆਪਾਂ ਸੋਚਦੇ ਆ ਕੋਈ ਜੰਤਰ ਮੰਤਰ ਕਰਕੇ, ਕੋਈ ਬਪੂਤ ਲਗਾ ਕੇ, ਕੁਝ ਕਰਕੇ ਆਪਾਂ ਆਪਣੀ ਜ਼ਿੰਦਗੀ ਨੂੰ ਬਦਲ ਦੇਂਗੇ। ਭਾਈ ਇਹਨਾਂ ਦਾ ਵੀ ਕੜਾ ਹਿਸਾਬ ਦੇਣਾ ਪਊਗਾ ਭਾਈ, ਕੜਾ ਹਿਸਾਬ ਦੇਣਾ ਪਊਗਾ। ਇੱਕ ਸਵਾਲ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਮੈਨੂੰ ਇੱਕ ਬਿਮਾਰੀ ਹੋ ਗਈ ਸੀ, ਤਾਂ ਮੈਨੂੰ ਡਾਕਟਰ ਨੇ ਪ੍ਰੈਸਕ੍ਰਾਈਬ ਕੀਤਾ ਸੀ ਕਿ ਤੂੰ ਨੌਨ ਵੈਜ ਖਾ, ਤੇਰੀ ਬਿਮਾਰੀ ਠੀਕ ਹੋ ਜਾਊਗੀ। ਤਾਂ ਜਦ ਮੈਂ ਵੱਡਾ ਮਨ ਮਾਰ ਕੇ ਨੌਨ ਵੈਜ ਖਾਇਆ, ਮੇਰੀ ਬਿਮਾਰੀ ਠੀਕ ਹੋ ਗਈ। ਤੇ ਫਿਰ ਮੈਂ ਨੌਨ ਵੈਜ ਛੱਡ ਦਿੱਤਾ, ਮੈਨੂੰ ਫਿਰ ਬਿਮਾਰੀ ਹੋ ਗਈ। ਤਾਂ ਬਾਬਾ ਜੀ ਮੈਂ ਕੀ ਕਰ ਸਕਦਾ? ਮੈਂ ਤਾਂ ਸਤਸੰਗੀ ਆ, ਮੈਨੂੰ ਵੱਡਾ ਜ਼ੋਰ ਪੈਂਦਾ ਹੈ ਕਿ ਮੈਨੂੰ ਨੌਨ ਵੈਜ ਖਾਣਾ ਪੈਂਦਾ ਹੈ। ਤਾਂ ਬਾਬਾ ਜੀ ਨੇ ਕਿਹਾ ਕਿ ਭਾਈ
ਦੁਨੀਆ ਦੇ ਵਿੱਚ ਇਹੋ ਜਿਹੀ ਕੋਈ ਬਿਮਾਰੀ ਨਹੀਂ ਹੈਗੀ ਹੈ ਜਿਹੜੀ ਇਕੱਲਾ ਨੌਨ ਵੈਜ ਖਾਣ ਤੋਂ ਦੂਰ ਹੋ ਚੁੱਕੀ ਭਾਈ। ਹੋ ਸਕਦਾ ਹੈ ਜਿਹੜੇ ਨਿਊਟ੍ਰੀਸ਼ਨ ਨੌਨ ਵੈਜ ਤੋਂ ਮਿਲਦੇ ਆ ਤੁਸੀਂ ਹੋਰ ਕਿਸੇ ਵੈਜ ਦੇ ਵਿੱਚ ਨਹੀਂ ਸਰਚ ਕਰ ਰਹੇ ਹੋ। ਤੁਹਾਨੂੰ ਸਰਚ ਕਰਨ ਦੀ ਲੋੜ ਹੈ ਭਾਈ। ਕਿਸੇ ਨੂੰ ਮਾਰ ਕੇ ਕਿਸੇ ਦੀ ਜਾਨ ਲੈ ਕੇ ਜੇ ਤੁਹਾਡੀ ਜਾਨ ਬਚਦੀ ਵੀ ਹੈ ਤਾਂ ਭਾਈ ਇਸ ਜਾਨ ਦਾ ਕੋਈ ਫਾਇਦਾ ਨਹੀਂ ਹੈਗਾ। ਤੁਸੀਂ ਸੋਚੋ ਕਿਸੇ ਨੂੰ ਮਾਰ ਕੇ ਜੇ ਤੁਸੀਂ ਆਪਣੀ ਜਾਨ ਬਚਾਓਗੇ ਤਾਂ ਕੀ ਉਹ ਚੰਗੀ ਗੱਲ ਹੈ? ਤੁਸੀਂ ਉਹਨਾਂ ਨੂੰ ਕੋਈ ਹੋਰ ਸਬਸਟੀਟਿਊਟ ਪੁੱਛ ਸਕਦੇ ਹੋ। ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ ਕਿ ਭਾਈ ਇਹਦਾ ਕੋਈ ਹੋਰ ਸਬਸਟੀਟਿਊਟ ਜਿਹੜੇ ਨਿਊਟ੍ਰੀਸ਼ਨਲ ਵੈਲਿਊ ਉਹਦੇ ਵਿੱਚ ਹੈਗੀ ਆ ਕਿਸੇ ਹੋਰ ਚੀਜ਼ ਦੇ ਵਿੱਚ ਮਿਲ ਜਾਣ, ਜਿਹੜਾ ਪ੍ਰੋਟੀਨ ਜਾਂ ਜਿਹੜਾ ਕੁਝ ਵੀ ਉਹਦੇ ਵਿੱਚ ਹੈਗਾ ਕਿਸੇ ਹੋਰ ਚੀਜ਼ ਦੇ ਵਿੱਚ ਮਿਲ ਜਾਊਗਾ। ਇਹ ਭਾਈ ਸਾਡੀ ਇਨਸਾਨ ਨੇ ਆਪਣੀ ਜਿਹੜਾ ਸੋਚ ਦਾ ਬੇੜਾ ਕਰ ਕੀਤਾ ਹੋਇਆ ਹੈ। ਆਪਾਂ ਆਪਣੇ ਸਵਾਦ ਵਾਸਤੇ ਆਪਣੀ ਸਹੂਲਤ ਵਾਸਤੇ ਚੀਜ਼ਾਂ ਨੂੰ ਕਰਦੇ ਆ ਤੇ ਦੂਜਿਆਂ ਨੂੰ ਵੀ ਕਰਨ ਦੀ ਸਮਝ ਦਿੰਦੇ ਆ। ਸਾਨੂੰ ਵੀ ਸਮਝਣਾ ਚਾਹੀਦਾ ਹੈ ਕਿਸੇ ਨੂੰ ਮਾਰ ਕੇ ਕਦੇ ਵੀ ਸਾਡੀ ਹਾਲਤ ਚੰਗੀ ਨਹੀਂ ਹੋ ਸਕਦੀ। ਸਾਨੂੰ ਇਸ ਤੋਂ ਵੀ ਵੱਧ ਹਿਸਾਬ ਦੇਣਾ ਪਊਗਾ ਭਾਈ, ਕੜਾ ਹਿਸਾਬ ਦੇਣਾ ਪਊਗਾ। ਤੇ ਸਾਨੂੰ ਵੀ ਸਮਝਣ ਦੀ ਲੋੜ ਹੈ। ਇਹ ਜਿਹੜੇ ਕੁਐਸਚਨ ਆਨਸਰ ਹੈ ਇਹ ਸਾਨੂੰ ਇਸ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਆਪਾਂ ਨੇ ਭਜਨ ਸਿਮਰਨ ਕਰਨਾ ਹੈ। ਭਜਨ ਸਿਮਰਨ ਕਰਾਂਗੇ ਤਾਂ ਸਾਰਾ ਕੁਝ ਮਾਲਕ ਕਰੂਗਾ। ਆਪਾਂ ਨੇ ਉਹਨਾਂ ਦਾ ਕਾਰਜ ਕਰਨਾ ਹੈ ਤੇ ਉਹ ਸਾਡੇ ਕਾਰਜ ਕਰਨਗੇ। ਤਾਂ ਸਾਰਿਆਂ ਦੇ ਅੱਗੇ ਬੇਨਤੀ ਹੈ ਕਿ ਸਾਨੂੰ ਵੀ ਸਮਝਣਾ ਹੈ ਤੇ ਇੱਕ ਇੱਕ ਲਫ਼ਜ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਦੇ ਉੱਤੇ ਲਾਣਾ ਹੈ। ਰਾਧਾ ਸੁਆਮੀ ਜੀ।